ਪੰਜਾਬੀ ਨੈਸ਼ਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਮੈਂ ਜੱਗੀ ਢਿੱਲੋਂ ਲੈ ਕੇ ਹਾਜ਼ਰ ਹਾਂ ਜੀ ਪ੍ਰੋਗਰਾਮ ਕੈਲਗਰੀ ਫੋਕਸ। ਅੱਜ ਫੇਰ ਸਟੂਡੀਓ ਦੇ ਵਿੱਚ ਆਏ ਹੋਏ ਨੇ ਜੀ ਜਤਿੰਦਰ ਚੀਮਾ ਜੀ। ਇਹ ਰੀਅਲ ਅਸਟੇਟ ਦੇ ਵਿੱਚ ਬਹੁਤ ਵੱਡਾ ਨਾਂ ਨੇ ਕੈਲਗਰੀ ਦੇ ਵਿੱਚ, ਤੇ ਅੱਜ ਰੀਅਲ ਅਸਟੇਟ ਤੇ ਕੁਝ ਜਿਹੜੀਆਂ ਗੱਲਾਂ ਜਿਹੜੀਆਂ ਡਿਵੈਲਪਮੈਂਟਸ ਆਈਆਂ ਨੇ ਦੇਖਣ ਦੇ ਵਿੱਚ, ਜਿਹੜਾ ਫੈਡਰਲ ਬਜਟ ਆਇਆ ਉਹਦੇ ਰਿਗਾਰਡਿੰਗ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਆਓ ਚੀਮਾ ਸਾਹਿਬ ਦਾ ਸਵਾਗਤ ਕਰਦੇ ਹਾਂ। ਚੀਮਾ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਢਿੱਲੋਂ ਸਾਹਿਬ, ਬਹੁਤ ਬਹੁਤ ਤੇ ਮਿਹਰਬਾਨੀ ਜੀ, ਤੁਸੀਂ ਸਾਡੇ ਸੱਦੇ ਤੇ ਸਟੂਡੀਓ ਆਉਂਦੇ ਹੋ ਤੇ ਬਹੁਤ ਕੰਮ ਦੀਆਂ ਗੱਲਾਂ ਤੁਹਾਡੇ ਕੋਲੋਂ ਅਸੀਂ ਪੁੱਛਦੇ ਹਾਂ, ਜਾਣਦੇ ਹਾਂ, ਤੇ ਤੁਸੀਂ ਇਨ ਡੈਪਥ ਸਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਹੋ। ਸੋ ਤਹਿ ਦਿਲ ਨਾਲ ਤੁਹਾਡਾ ਸ਼ੁਕਰੀਆ ਅਦਾ ਕਰਦਾ ਜੀ। ਥੈਂਕ ਯੂ ਢਿੱਲੋਂ ਸਾਹਿਬ, ਮੈਨੂੰ ਬਾਰ-ਬਾਰ ਮੌਕਾ ਦੇਣ ਵਾਸਤੇ। ਮੇਰੀ ਖੁਸ਼ਕਿਸਮਤੀ ਹੈ ਜੀ ਕਿ ਮੈਂ ਇੱਥੇ ਆਉਂਦਾ ਤਾਂ ਆਪਣੇ ਵਿਊਅਰਸ ਨਾਲ ਕੁਝ ਚੀਜ਼ਾਂ ਸ਼ੇਅਰ ਕਰਦਾ ਵਾਂ। ਚੀਮਾ ਸਾਹਿਬ, ਇਸ ਬਜਟ ਦੇ ਵਿੱਚ ਚੀਜ਼ ਦੇਖਣ 'ਚ ਆਈ ਆ, ਉਹ ਇੱਕ ਨੰਬਰਡ ਕੰਪਨੀਜ਼ ਨੂੰ ਲੈ ਕੇ ਬਹੁਤ ਵੱਡਾ ਖੁਲਾਸਾ ਜਿਹੜਾ ਆ ਇੱਕ ਤਰੀਕੇ ਦਾ, ਜਾਂ ਇੱਕ ਪਾਲਿਸੀ ਸ਼ਿਫਟ ਆਈ ਆ, ਜਿਹਦਾ ਜਿਹੜਾ ਆਪਣੇ ਫਾਈਨੈਂਸ ਮਿਨਿਸਟਰ ਨੇ ਐਤਕੀ ਫੈਡਰਲ ਬਜਟ ਪੇਸ਼ ਕੀਤਾ, ਉਹ ਕੀ ਹੈਗਾ ਆ ਤੇ ਉਹਦੇ ਕੀ ਇੰਪਲੀਕੇਸ਼ਨਸ ਦੇ ਤੁਸੀਂ ਦੇਖਦੇ ਹੋ ਆਉਣ ਵਾਲੇ ਜੀ ਟਾਈਮ 'ਚ? ਢਿੱਲੋਂ ਸਾਹਿਬ, ਉਹਦੇ ਵਿੱਚ ਉਹਨਾਂ ਨੇ ਇਹੀ ਫੈਸਲਾ ਕੀਤਾ ਕਿ 2025 ਤੱਕ ਫੈਡਰਲ ਗੌਰਮੈਂਟ ਇੱਕ ਨੈਸ਼ਨਲ ਰਜਿਸਟਰੀ ਸਥਾਪਿਤ ਕਰਨ ਜਾ ਰਹੀ ਹੈ ਜੀ। ਆਪਾਂ ਜਿਵੇਂ ਦੇਖਦੇ ਹਾਂ ਕਿ ਜਿਹੜੀਆਂ ਕਾਰਪੋਰੇਟ ਕੰਪਨੀਜ਼ ਨੇ ਉਹ ਇੱਕ ਨੰਬਰਡ ਕੰਪਨੀਜ਼ ਹੁੰਦੀਆਂ ਨੇ, ਲੇਕਿਨ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਉਹਨਾਂ ਦਾ ਬੈਨੀਫੀਸ਼ੀਅਲ ਓਨਰਸ਼ਿਪ ਕਿਹਦੀ ਹੈਗੀ ਆ। ਠੀਕ ਹੈ ਜੀ। ਸੋ ਉਹਨਾਂ ਨੇ ਇੱਕ ਆਈਡੀਆ ਲਿਆਂਦਾ ਕਿ 2025 ਤੱਕ ਇਹੋ ਜਿਹੀ ਇੱਕ ਰਜਿਸਟਰੀ ਲਿਆਂਦੀ ਜਾਏਗੀ ਜਿਹਦੇ ਵਿੱਚ ਉਹਨਾਂ ਨੇ ਜਿਹੜੇ ਉਹਨਾਂ ਦੇ ਬੈਨੀਫੀਸ਼ੀਅਲ ਓਨਰਸ਼ਿਪ ਆ ਉਹ ਪਬਲਿਕ ਡੋਮੇਨ 'ਤੇ ਆ ਜਾਏਗੀ, ਤਾਂ ਕਿ ਲੋਕਾਂ ਨੂੰ ਪਤਾ ਹੋਏਗਾ ਕਿ ਇਸ ਨੰਬਰਡ ਕੰਪਨੀ ਦੇ ਪਿੱਛੇ ਓਨਰ ਕੌਣ ਹੈਗਾ। ਸੋ ਅਗਰ ਆਪਾਂ ਸਰਲ ਭਾਸ਼ਾ 'ਚ ਸਮਝੀਏ ਤੇ ਜਿੱਦਾਂ ਅਸੀਂ ਕੋਈ ਨੰਬਰਡ ਕੰਪਨੀ ਦੀ ਬਜਾਏ ਅਗਰ ਕੋਈ ਕੰਪਨੀ ਦਾ ਨਾਂ ਹੈਗਾ ABC ਕਾਰਪੋਰੇਸ਼ਨ ਲਿਮਟਿਡ ਜਾਂ ABC ਇਨਕਾਰਪੋਰੇਟਡ ਜੀ, ਤੇ ਉਹ ABC ਦੇ ਪਾਰਟਨਰਸ ਨੇ, ਤੇ ਜੇ ਪਾਰਟਨਰਸ ਨੇ ਤੇ ਕੌਣ ਨੇ ਜੀ, ਤੇ ਜੇ ਉਹ ਸਿੰਗਲ ਪ੍ਰੋਪਰਾਈਟਰਸ਼ਿਪ ਓਨਡ ਕੰਪਨੀ ਹੈਗੀ ਆ ਤਾਂ ਉਹਦਾ ਪ੍ਰੋਪਰਾਈਟਰ ਕੌਣ ਆ? ਸੋ ਬੇਸਿਕਲੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ? ਬਿਲਕੁਲ ਬਿਲਕੁਲ ਜੀ। ਉਹਦਾ ਮੇਨ ਰੀਜ਼ਨ ਇਹ ਆ ਢਿੱਲੋਂ ਸਾਹਿਬ ਵੀ ਉਹਨਾਂ ਨੂੰ ਇਹ ਚੀਜ਼ ਲਿਆਉਣ ਦੀ ਕਿਉਂ ਜ਼ਰੂਰਤ ਪਈ ਆ, ਕਿਉਂਕਿ ਅੱਜ ਜਿਹੜੀ ਰੀਅਲ ਸਟੇਟ ਦੇ ਵਿੱਚ ਮਤਲਬ ਇਹ ਦੇਖਿਆ ਜਾ ਰਿਹਾ ਵੀ ਕਾਫੀ ਜ਼ਿਆਦਾ ਮਨੀ ਲਾਂਡਰਿੰਗ ਹੋ ਕੇ ਜਿਹੜਾ ਪੈਸਾ ਵਾ ਰੀਅਲ ਸਟੇਟ ਦੇ ਵਿੱਚ ਇਨਵੈਸਟ ਹੋ ਰਿਹਾ ਵਾ। ਠੀਕ ਹੈ ਜੀ। ਸੋ ਇਹ ਮਨੀ ਲਾਂਡਰਿੰਗ ਤਾਂ ਅਗਰ ਆਪਾਂ ਦੇਖੀਏ ਚੀਮਾ ਸਾਹਿਬ, ਕੋਈ ਅੱਜ ਨਵਾਂ ਫਿਨੋਮੀਨਾ ਨਹੀਂ ਹੈਗਾ ਜੀ, ਪਰ ਤੁਸੀਂ ਇਹ ਦੇਖਦੇ ਹੋ ਆਪਣੇ ਐਕਸਪੀਰੀਅੰਸ ਤੋਂ ਕਿ ਜਿਹੜਾ ਇਸ ਵੇਲੇ ਪ੍ਰੈਜ਼ੈਂਟ ਬੂਮ ਰੀਅਲ ਅਸਟੇਟ 'ਚ ਦੇਖਣ 'ਚ ਆ ਰਿਹਾ ਆ, ਉਹਦੇ ਵਿੱਚ ਮਨੀ ਲਾਂਡਰਿੰਗ ਦਾ ਕਾਫੀ ਵੱਡਾ ਰੋਲ ਹੈ? ਬਿਲਕੁਲ ਢਿੱਲੋਂ ਸਾਹਿਬ, ਮੈਂ ਇਹਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗਰੁੱਪ ਦੀ ਜਿਹੜਾ ਟਰਾਂਸਪੇਰੈਂਸੀ ਇੰਟਰਨੈਸ਼ਨਲ ਕੈਨੇਡਾ ਇੱਕ ਥਿੰਕ ਟੈਂਕ ਗਰੁੱਪ ਸੀਗਾ ਓਨਟਾਰੀਓ ਦਾ, ਠੀਕ ਹੈ ਜੀ, ਉਹਨਾਂ ਨੇ 2008 ਤੋਂ ਲੈ ਕੇ 2019 ਦੀਆਂ ਜਿੰਨੀਆਂ ਟੋਟਲ ਟ੍ਰਾਂਜੈਕਸ਼ਨਸ ਹੋਈਆਂ ਸੀ GTA ਦੇ ਵਿੱਚ, ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਜੀ, ਉਹਦੇ ਉੱਤੇ ਉਹਨਾਂ ਨੇ ਇੱਕ ਬੜੀ ਵਧੀਆ ਸਟੱਡੀ ਲਿਆਂਦੀ ਸੀ, ਜਿਹਦੇ ਵਿੱਚ ਉਹਨਾਂ ਨੇ ਇੱਕ ਟੈਕਸ ਪੇਅਰ ਫੈਡਰੇਸ਼ਨ ਨਾਲ ਮਿਲ ਕੇ ਕੁਝ ਡਾਟਾ ਕਲੈਕਟ ਕੀਤੇ ਸੀ। ਉਹਦੇ ਵਿੱਚ ਜਿਹੜੀਆਂ ਫਾਈਂਡਿੰਗਸ ਆਈਆਂ ਉਹ ਬੜੀਆਂ ਹੈਰਾਨੀ ਕਰਨ ਵਾਲੀਆਂ ਨੇ। ਠੀਕ ਹੈ ਜੀ। ਉਹਦੇ ਵਿੱਚ ਉਹਨਾਂ ਨੇ ਕੀ ਵੇਖਿਆ ਕਿ ਜਿਹੜੀਆਂ ਟੋਟਲ 1.4 ਮਿਲੀਅਨ ਟ੍ਰਾਂਜੈਕਸ਼ਨਸ ਹੋਈਆਂ ਸੀਗੀਆਂ ਰੈਜ਼ੀਡੈਂਸ਼ੀਅਲ ਰੀਅਲ ਸਟੇਟ ਵਿੱਚ GTA ਦੇ ਵਿੱਚ ਇਹਨਾਂ 10 ਸਾਲਾਂ ਵਿੱਚ ਲਗਭਗ ਜੀ, ਉਹਦੇ ਵਿੱਚ ਉਹਨਾਂ ਨੇ ਇਹ ਦੇਖਿਆ ਵੀ ਜਿਹੜੇ ਲਗਜ਼ਰੀ ਹੋਮ ਨੇ 7 to 10 ਮਿਲੀਅਨ ਦੀ ਕੈਟੇਗਰੀ ਦੇ ਵਿੱਚ ਜੀ, ਉਹਦੇ ਵਿੱਚ ਘੱਟੋ ਘੱਟ 28.4 ਬਿਲੀਅਨ ਜਿਹੜਾ ਸੀਗਾ ਪੈਸਾ ਸੀਗਾ ਇਹਨਾਂ ਕਾਰਪੋਰੇਸ਼ਨਸ ਵੱਲੋਂ ਲੱਗਾ ਸੀਗਾ ਜੀ, ਜਿਹੜੀਆਂ ਨੰਬਰਡ ਕੰਪਨੀਆਂ ਜਿਵੇਂ ਆਪਾਂ ਤੁਸੀਂ ਕਿਹਾ ਵੀ ABC ਕੋਈ ਵੀ ਨਾਂ ਰੱਖ ਕੇ, ਲੇਕਿਨ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਉਹਨਾਂ ਦੇ ਬੈਨੀਫੀਸ਼ੀਅਲ ਓਨਰ ਕੌਣ ਨੇ। ਠੀਕ ਹੈ ਜੀ। ਸੋ ਉਹਦੇ ਵਿੱਚ ਜਦੋਂ ਉਹਨਾਂ ਨੇ ਹੋਰ ਡੀਪਲੀ ਜਾ ਕੇ ਉਹ ਡਾਟਾ ਦੇਖਿਆ ਤਾਂ ਉਹਦੇ ਵਿੱਚ ਉਹਨਾਂ ਨੇ ਪਾਇਆ ਕਿ 9.8 ਬਿਲੀਅਨ ਜਿਹੜਾ ਲਗਭਗ 10 ਬਿਲੀਅਨ ਬਣਦਾ ਵਾ, ਉਹ ਇਕੱਲਾ ਕੈਸ਼ ਟ੍ਰਾਂਜੈਕਸ਼ਨ ਸੀਗੀਆਂ। ਓਕੇ। ਸੋ ਕੈਸ਼ ਟ੍ਰਾਂਜੈਕਸ਼ਨ ਦਾ ਮਤਲਬ ਇਹ ਹੈਗਾ ਕਿ ਜਿਹੜੀਆਂ ਗੌਰਮੈਂਟ ਦੀਆਂ ਏਜੰਸੀਜ਼ ਨੇ, ਜਿਵੇਂ ਇੱਕ ਫਿਨਟਰੈਕ ਏਜੰਸੀ ਹੈ ਜੀ ਜਿਹੜੀ ਆਪਣਾ ਫੈਡਰਲ ਗੌਰਮੈਂਟ ਦੀ ਹੈ, ਜਿਹੜੀ ਜਿੰਨੀਆਂ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਹੁੰਦੀਆਂ ਨਾ ਉਹਨਾਂ ਨੂੰ ਉਹ ਦੇਖਦੀ ਹੈ, ਉਹ ਟਰੈਕ ਕਰਦੀ ਹੈ ਤੇ ਉਹਨਾਂ ਨੂੰ ਸੁਪਰਵਾਈਜ਼ ਇੱਕ ਤਰੀਕੇ ਨਾਲ ਕਰਦੀ ਹੈ ਵੀ ਇਹ ਜੈਨੂਇਨ ਨੇ ਕਿ ਫੇਕ ਜੀ। ਇਹ ਜਿਹੜੀ ਏਜੰਸੀ ਆ 2000 ਵਿੱਚ ਸਥਾਪਿਤ ਕੀਤੀ ਗਈ ਸੀਗੀ, ਇਹਨੂੰ ਕਹਿੰਦੇ ਆ ਵੀ ਫੈਡਰਲ ਫਾਈਨੈਂਸ਼ੀਅਲ ਇੰਟੈਲੀਜੈਂਸ ਏਜੰਸੀ। ਠੀਕ ਹੈ ਜੀ। ਜਿਹੜੀਆਂ ਜਿੰਨੀਆਂ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੁੰਦੀਆਂ ਨੇ, ਲੇਕਿਨ ਜਦੋਂ ਤੁਸੀਂ ਇਹੋ ਜਿਹੀਆਂ ਕੈਸ਼ ਟ੍ਰਾਂਜੈਕਸ਼ਨ ਹੁੰਦੀਆਂ ਨੇ ਤਾਂ ਉਹਨਾਂ ਨੂੰ ਉਹ ਡੋਜ਼ ਕਰ ਜਾਂਦੀ ਆ। ਹਾਂਜੀ, ਮੈਂ ਆਪਣੇ ਵਿਊਅਰਸ ਵਾਸਤੇ ਦੱਸ ਦਵਾਂ ਜੀ ਕਿ ਅਜੇ ਅਸੀਂ ਆਪਣਾ ਰੂਟੀਨ ਦੇ ਵਿੱਚ ਵੀ ਜਦੋਂ ਕੈਸ਼ ਵਿਡਰੋਲ $10,000 ਤੋਂ ਉੱਪਰ ਦਾ ਹੁੰਦਾ ਆ ਤੇ ਬੈਂਕ ਨੂੰ ਉਹ ਐਂਟਰੀ ਜਿਹੜੀ ਹੈ ਉਹ ਕੰਸਰਨ ਡਿਪਾਰਟਮੈਂਟ ਨੂੰ ਹਾਈਲਾਈਟ ਕਰਨੀ ਪੈਂਦੀ ਹੈ ਕਿ ਇੱਥੇ ਕੈਸ਼ 10,000 ਤੋਂ ਵੱਧ ਡਿਪੋਜ਼ਿਟ ਹੋਇਆ ਜਾਂ ਵਿਡਰੋ ਹੋਇਆ। ਸੋ ਉਹ ਜਾਂ ਜੇ ਟ੍ਰਾਂਸਫਰ ਹੋਇਆ ਤੇ ਕਿਹੜੇ ਅਕਾਊਂਟ ਤੋਂ ਕਿਹੜੇ ਅਕਾਊਂਟ 'ਚ ਗਿਆ, ਫਿਰ ਇੱਥੇ ਤੱਕ ਵੀ ਉਹ ਟਰੈਕ ਕਰਦੇ ਨੇ ਕਿ ਇਹ ਜਿਹੜਾ ਪੈਸਾ ਸੀਗਾ ਉਹ ਇਸ ਪਰਟੀਕੂਲਰ ਅਕਾਊਂਟ ਦੇ ਵਿੱਚ ਕਿੰਨੀ ਦੇਰ ਦਾ ਪਿਆ ਹੋਇਆ ਸੀਗਾ।
ਸੋ ਉਹਦੇ 'ਚ ਢਿੱਲੋਂ ਸਾਹਿਬ ਜਦੋਂ ਉਹਨਾਂ ਨੇ ਹੋਰ ਅੱਗੇ ਜਾ ਕੇ ਦੇਖਿਆ ਤਾਂ ਉਹਨਾਂ ਨੇ ਇਹ ਦੇਖਿਆ ਕਿ ਲੋਕਾਂ ਨੇ ਮੌਰਗੇਜ ਵੀ ਲਈਆਂ ਨੇ ਜੀ। ਆਪਾਂ ਕੈਸ਼ ਟ੍ਰਾਂਜੈਕਸ਼ਨ ਜਿਵੇਂ ਗੱਲ ਕੀਤੀ ਕਿ 9.8 ਬਿਲੀਅਨ ਤੱਕ ਕੈਸ਼ ਟ੍ਰਾਂਜੈਕਸ਼ਨ ਸੀਗੀਆਂ, ਲੇਕਿਨ ਉਹਦੇ ਵਿੱਚ ਜਿਹੜੀ ਉਹਨਾਂ ਨੇ ਮੌਰਗੇਜ ਵੀ ਲਈਆਂ, ਮੌਰਗੇਜ ਉਹਨਾਂ ਲੈਂਡਰਸ ਕੋਲ ਲਈਆਂ ਜਿਹੜੀਆਂ ਅਨਰਜਿਸਟਰਡ ਲੈਂਡਰ ਸੀਗੇ। ਠੀਕ ਹੈ ਜੀ। ਜਿਹੜੇ ਕਿ ਉਸ ਕਾਨੂੰਨ ਦੇ ਘੇਰੇ ਵਿੱਚ ਨਹੀਂ ਆਉਂਦੇ। ਸੋ ਉਹ ਜਿਹੜੀਆਂ ਉਹ ਫਾਈਂਡਿੰਗ ਸੀਗੀਆਂ। ਸੋ ਇਨ ਸ਼ਾਰਟ ਆਪਾਂ ਇਹ ਗੱਲ ਕਹੀਏ ਕਿ ਜਿਹੜੀਆਂ ਉਹ ਟ੍ਰਾਂਜੈਕਸ਼ਨ ਸੀਗੀਆਂ ਉਹ ਸਿੱਧੇ ਤੌਰ ਤੇ ਕਹੀਏ ਕਿ ਸ਼ੱਕ ਦੇ ਘੇਰੇ 'ਚ ਆਉਂਦੀਆਂ ਨੇ। ਬਿਲਕੁਲ ਜੀ। ਸੋ ਉਹਦੇ ਵਿੱਚ ਨਾਲ ਜਿਹੜਾ ਉਹਨਾਂ ਦਾ ਇਹ ਮੰਨਣਾ ਵਾ ਕਿ ਜੋ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਐਨਾਲਿਸਿਸ ਪੇਸ਼ ਕੀਤਾ, ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜਾ ਫੈਡਰਲ ਗੌਰਨਮੈਂਟ ਦੇ ਲਾਅ ਨੇ, ਜਿਹੜੇ ਕੈਨੇਡਾ ਦੇ ਫਾਈਨੈਂਸ਼ੀਅਲ ਲਾਜ਼ ਨੇ, ਉਹ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਉਹਦੇ ਵਿੱਚ ਕਈ ਲੂਪ ਹੋਲਸ ਇਹੋ ਜਿਹੇ ਹੈਗੇ ਨੇ ਕਿ ਜਿਹੜੇ ਮਨੀ ਲਾਂਡਰਿੰਗ ਹੈ, ਮਨੀ ਲਾਂਡਰਿੰਗ ਕਿਤੋਂ ਵੀ ਹੋ ਸਕਦੀ ਹੈ, ਆਈਦਰ ਪ੍ਰੋਸੀਡਸ ਆਫ ਡਰੱਗ ਦਾ ਪੈਸਾ ਜੀ, ਟੈਰੋਰਿਜ਼ਮ ਦਾ ਪੈਸਾ, ਕੋਈ ਕਿਡਨੈਪਿੰਗਸ ਦਾ ਪੈਸਾ, ਉਹ ਮਤਲਬ ਉਹਨਾਂ ਨੂੰ ਮਤਲਬ ਜਿਹੜੇ ਕ੍ਰਾਈਮ ਦੇ ਵਿੱਚ ਇਨਵੋਲਵ ਨੇ ਲੋਕ, ਉਹਨਾਂ ਨੂੰ ਕੈਨੇਡਾ ਇੱਕ ਬੜਾ ਸੇਫ ਹੈਵਨ ਲੱਗਦਾ ਵੀ ਆਪਾਂ ਉਸ ਪੈਸੇ ਨੂੰ ਕੈਨੇਡਾ ਦੀ ਰੀਅਲ estate ਵਿੱਚ ਲਗਾ ਕੇ ਆਪਾਂ ਵਾਈਟ ਕਰ ਸਕਦੇ ਹਾਂ ਜੀ। ਸੋ ਉਹ ਇੱਕ ਬੜੀ ਵੱਡੀ ਚਿੰਤਾ ਦੀ ਲਹਿਰ ਸੀਗੀ ਜਿਹਦਾ ਹੁਣ ਰਿਐਕਸ਼ਨ ਜਿਹੜਾ ਇਹ ਫੈਡਰਲ ਬਜਟ ਦੇ ਵਿੱਚ ਆਇਆ। ਲੇਕਿਨ ਇਹਦੀ ਮੈਂ ਥੋੜ੍ਹੀ ਜਿਹੀ ਬੈਕਗਰਾਊਂਡ ਤੁਹਾਨੂੰ ਹੋਰ ਦੱਸਦਾ। ਇਹਦੀ ਡਿਸਕਸ਼ਨ 2016 ਤੋਂ ਚੱਲ ਰਹੀ ਸੀਗੀ ਫੈਡਰਲ ਗੌਰਨਮੈਂਟ ਦੀ, ਟੈਰੀਟੋਰੀਅਲ ਗੌਰਨਮੈਂਟ ਤੇ ਪ੍ਰੋਵਿੰਸ਼ੀਅਲ ਗੌਰਨਮੈਂਟਸ ਦੇ ਨਾਲ। ਔਰ 2016 ਦੀ ਜੋ ਗੱਲਬਾਤ ਚੱਲਦੀ, ਲਾਸਟ ਮੀਟਿੰਗ ਜਿਹੜੀ ਇਹਨਾਂ ਦੀ April 2020 ਦੇ ਵਿੱਚ ਹੋਈ ਆ। ਉਸ ਤੋਂ ਬਾਅਦ ਫੈਡਰਲ ਗੌਰਨਮੈਂਟ ਨੇ ਇੱਕ ਸਟੇਟਮੈਂਟ ਜਾਰੀ ਕੀਤੀ ਸੀ ਕਿ ਆਪਾਂ ਇਹੋ ਜਿਹੀ ਇੱਕ ਰਜਿਸਟਰੀ ਲਿਆਵਾਂਗੇ, ਲੇਕਿਨ ਉਹਦੇ ਵਿੱਚ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਪਬਲਿਕ ਡੋਮੇਨ ਦੇ ਉੱਤੇ ਕੋਈ ਵੀ ਦੇਖ ਸਕਦਾ। ਉਹਨਾਂ ਦਾ ਕਹਿਣਾ ਸੀ ਕਿ ਇਹੋ ਜਿਹੀ ਰਜਿਸਟਰੀ ਜਿਹੜੀਆਂ ਆਪਣੀਆਂ ਦੂਜੀਆਂ ਏਜੰਸੀਆਂ ਨੇ, ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਆਂ ਨੇ, ਜਾਂ ਜਿਹੜੀਆਂ ਟੈਕਸ ਨੂੰ ਜਿਵੇਂ CRA ਆ, ਉਹਨਾਂ ਕੋਲ ਰਾਈਟ ਹੋਊਗਾ ਵੀ ਰੀਅਲ ਬੈਨੀਫੀਸ਼ੀਅਲ ਕੌਣ ਨੇ ਉਹਨਾਂ ਨੂੰ। ਲੇਕਿਨ ਹੁਣ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਪ੍ਰੋਵਿੰਸ਼ੀਅਲ ਗੌਰਨਮੈਂਟ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਫੈਡਰਲ ਗੌਰਨਮੈਂਟ ਇਹ ਕਰਨ ਜਾ ਰਹੀ ਹੈ ਕਿ ਇਹ ਪਬਲਿਕ ਡੋਮੇਨ ਤੇ ਐਨੀਬੋਡੀ ਕੈਨ ਫਾਈਂਡ ਆਊਟ ਵੀ ਹੂ ਇਜ਼ ਦਾ ਰੀਅਲ ਓਨਰਸ਼ਿਪ ਆਫ ਦੋਜ਼ ਕਾਰਪੋਰੇਸ਼ਨਸ। ਠੀਕ ਹੈ ਜੀ। ਸੋ ਲੇਕਿਨ ਇਹਦੇ ਪਿੱਛੇ ਜਿਹੜਾ ਰੀਜ਼ਨ ਕੀ ਹੈ, ਉਹਦਾ ਇਹ ਕਹਿਣਾ ਵਾ ਵੀ ਜਿਹੜੇ ਮਤਲਬ ਐਕਸਪਰਟਸ ਦਾ ਕਹਿਣਾ ਹੈ ਕਿ ਕਿਉਂਕਿ ਕੈਨੇਡਾ ਇਜ਼ ਅ ਮੈਂਬਰ ਆਫ G7 ਐਂਡ G20। ਠੀਕ ਹੈ ਜੀ। ਸੋ ਕੁਛ ਡੈਡਲਾਈਨ ਸੀਗੀਆਂ ਜਿਹੜੀਆਂ ਜੂਨ ਦੇ ਵਿੱਚ G7 ਦੀ ਮੀਟਿੰਗ ਹੋਣ ਜਾ ਰਹੀ ਆ, ਉਸ ਡੈਡਲਾਈਨ ਤੋਂ ਪਹਿਲਾਂ ਇਹ ਪ੍ਰੈਸ਼ਰ ਪੈ ਰਿਹਾ ਸੀਗਾ ਕੈਨੇਡਾ ਦੀ ਗੌਰਨਮੈਂਟ ਦੂਜੇ ਕੰਟਰੀਆਂ ਕੋਲ, ਤੁਹਾਨੂੰ ਆਪਣੇ ਫਾਈਨੈਂਸ਼ੀਅਲ ਲਾਜ਼ ਦੇ ਵਿੱਚ ਤੁਹਾਨੂੰ ਉਹ ਚੇਂਜਸ ਲਿਆਉਣੀਆਂ ਪੈਣਗੀਆਂ ਕਿ ਜਿਹੜਾ ਮਨੀ ਲਾਂਡਰਿੰਗ ਵਾਲਾ ਪੈਸਾ ਰੀਅਲ estate 'ਚ ਆ ਰਿਹਾ ਤਾਂ ਉਹਨੂੰ ਚੈੱਕ ਕੀਤਾ ਜਾ ਕੇ। ਸੋ ਉਹਨੂੰ ਵੇਖਦੇ ਹੋਏ ਉਹਨਾਂ ਨੇ ਇਹ ਐਲਾਨ ਕੀਤਾ ਵਾ ਕਿ ਆਪਾਂ ਇੱਕ ਰਜਿਸਟਰੀ ਬਣਾਉਣ ਜਾ ਰਹੇ ਹਾਂ 2025 ਤੱਕ। ਹਾਂਜੀ, ਜਿਹੜਾ ਮੈਂ ਆਪਣੇ ਵਿਊਅਰਸ ਦੇ ਬੈਨੀਫਿਟ ਲਈ ਦੱਸਣਾ ਚਾਹਾਂਗਾ ਜੀ ਕਿ ਚੀਮਾ ਸਾਹਿਬ ਇੱਕ ਵਰਡ ਯੂਜ਼ ਕਰ ਰਹੇ ਨੇ, ਮਨੀ ਲਾਂਡਰਿੰਗ। ਸੋ ਬੇਸਿਕਲੀ ਮਨੀ ਲਾਂਡਰਿੰਗ ਜਿਹੜੀ ਆ ਉਹ ਇੱਕ ਸਧਾਰਨ ਭਾਸ਼ਾ 'ਚ ਅਗਰ ਆਪਾਂ ਲਈਏ ਤਾਂ ਇਹ ਉਹ ਪੈਸਾ ਆ ਜਿਹੜਾ ਅਸੀਂ ਬਲੈਕ ਜਾਂ 2 ਨੰਬਰ, ਜਿਵੇਂ ਆਪਾਂ ਇੰਡੀਆ 'ਚ 2 ਨੰਬਰ ਕਹਿ ਦਿੰਦੇ ਆ, ਤੇ ਉਹਨਾਂ ਨੂੰ ਅਸੀਂ ਟੈਕਸ ਜਿਹੜੀਆਂ ਏਜੰਸੀਜ਼ ਨੇ, ਜਿੱਦਾਂ ਆਪਾਂ ਕੈਨੇਡਾ ਦੇ ਪੁਆਇੰਟ ਆਫ ਵਿਊ ਨਾਲ ਗੱਲ ਕਰੀਏ ਤੇ CRA ਜਿਹੜੀ ਟੈਕਸ ਰੈਵਨਿਊ ਕਲੈਕਸ਼ਨ ਏਜੰਸੀ ਆ, ਸੋ ਉਹਨਾਂ ਦੀ ਅੱਖ ਤੋਂ ਬਚਾ ਕੇ ਤੇ ਉਹਦੇ ਤੇ ਟੈਕਸ ਨਾ ਪੇ ਕਰਨਾ ਪਵੇ, ਇੱਕ ਤੇ ਉਹ ਕਾਰਨ ਹੈ। ਔਰ ਦੂਸਰਾ, ਜਿਸ ਤਰ੍ਹਾਂ ਚੀਮਾ ਸਾਹਿਬ ਨੇ ਜ਼ਿਕਰ ਕੀਤਾ ਵੀ ਜਿਹੜੇ ਕ੍ਰਾਈਮ ਨਾਲ ਰਿਲੇਟਡ, ਚਾਹੇ ਡਰੱਗ ਟ੍ਰੈਫਿਕਿੰਗ ਨਾਲ ਰਿਲੇਟਡ ਜਾਂ ਕੋਈ ਹੋਰ ਇਸ ਤਰੀਕੇ ਦੇ ਜਿਹੜੇ ਧੰਦੇ ਜਿਹੜੇ ਕਿਸੇ ਵੀ ਮੁਲਕ ਦੇ ਵਿੱਚ ਉਹ ਲੀਗਲ ਨਹੀਂ ਹੁੰਦੇ, ਉਸ ਪੈਸੇ ਨੂੰ ਚੈਨਲਾਈਜ਼ ਕਰਨ ਵਾਸਤੇ ਜਿਹੜਾ ਪੈਸਾ ਉਹ ਡਿਫਰੈਂਟ ਵੇਜ਼ ਦੇ ਨਾਲ ਉਹ ਇਨਵੈਸਟ ਕੀਤਾ ਜਾਂਦਾ ਆ ਤੇ ਜਿਹਨੂੰ ਬਲੈਕ ਨੂੰ ਵਾਈਟ ਕੀਤਾ ਜਾਂਦਾ ਆ। ਸੋ ਉਸ ਨੂੰ ਜਿਹੜਾ ਆਪਾਂ ਸਧਾਰਨ ਭਾਸ਼ਾ ਦੇ ਵਿੱਚ ਕਹਿ ਦਿੰਦੇ ਆ ਕਿ ਮਨੀ ਲਾਂਡਰਿੰਗ ਕੀਤੀ ਜਾ ਰਹੀ ਆ। ਸੋ ਇਹਦੇ ਤੇ ਆਪਣੀ ਗੱਲਬਾਤ ਜਿਹੜੀ ਹੈ ਜੀ ਇਹ ਤੇ ਹੋਰ ਜਾਰੀ ਰਹੇਗੀ ਚੀਮਾ ਸਾਹਿਬ ਦੇ ਨਾਲ, ਤੇ ਮਿਲਦੇ ਆ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਸਵਾਗਤ ਹੈ ਜੀ ਇੱਕ ਵਾਰ ਫੇਰ ਪੰਜਾਬੀ ਨੈਸ਼ਨਲ ਦੇ ਪ੍ਰੋਗਰਾਮ ਕੈਲਗਰੀ ਫੋਕਸ ਦੇ ਵਿੱਚ, ਤੇ ਸਾਡੀ ਅੱਜ ਗੱਲਬਾਤ ਫੇਰ ਚੱਲ ਰਹੀ ਹੈ ਜੀ ਜਤਿੰਦਰ ਚੀਮਾ ਜੀ ਨਾਲ। ਰੀਅਲ estate ਦੇ ਬਿਜ਼ਨਸ ਦੇ ਵਿੱਚ ਇਹ ਬਹੁਤ ਵੱਡਾ ਨਾਂ ਨੇ ਐਸ ਫਾਰ ਐਸ ਕੈਲਗਰੀ ਇਜ਼ ਕੰਸਰਨਡ। ਚੀਮਾ ਸਾਹਿਬ, ਆਪਾਂ ਮਨੀ ਲਾਂਡਰਿੰਗ ਦੇ ਇਫੈਕਟ ਜਿਹੜੇ ਨੇ ਰੀਅਲ estate ਦੇ ਉੱਤੇ ਕੀ ਪੈ ਰਹੇ ਨੇ ਉਹਦੀ ਆਪਾਂ ਚਰਚਾ ਕਰ ਰਹੇ ਸੀ, ਤੇ ਬ੍ਰੇਕ ਤੋਂ ਪਹਿਲਾਂ ਤੁਸੀਂ ਜ਼ਿਕਰ ਕੀਤਾ ਕਿ ਇਹਦਾ ਇੰਪੈਕਟ ਜਿਹੜਾ ਆ ਉਹ ਰੀਅਲ estate ਦੀ ਮਾਰਕੀਟ ਦੇ ਉੱਤੇ ਕਾਫੀ ਦੇਖਣ ਨੂੰ ਆਉਂਦਾ ਆ, ਔਰ ਕਾਫੀ ਰਿਪੋਰਟਸ ਜਿਹੜੀਆਂ ਤੁਸੀਂ ਡਿਟੇਲਸ ਨਾਲ ਸਾਨੂੰ ਨਾਲ ਸ਼ੇਅਰ ਕੀਤੀਆਂ, ਤੇ ਤੁਹਾਨੂੰ ਕੀ ਲੱਗਦਾ ਆ ਕਿ ਇਹ ਸਟੈਪ ਇਨ ਦਾ ਰਾਈਟ ਡਾਇਰੈਕਸ਼ਨ ਹੈ ਜੀ? ਬਿਲਕੁਲ ਢਿੱਲੋਂ ਸਾਹਿਬ, ਵੇਖੋ ਜਦੋਂ ਵੀ ਕੋਈ ਟ੍ਰਾਂਜੈਕਸ਼ਨ ਰੀਅਲ estate ਦੀਆਂ ਹੁੰਦੀਆਂ ਨੇ, ਅਗਰ ਤੁਹਾਨੂੰ ਇਹ ਨਹੀਂ ਪਤਾ ਕਿ ਅੱਗੇ ਉਹਦਾ ਮਤਲਬ ਜੇ ਨੰਬਰਡ ਕੰਪਨੀ ਹੈਗਾ ਉਹਦਾ ਰੀਅਲ, ਕਿਉਂਕਿ ਜਦੋਂ ਵੇਖੋ ਤੁਸੀਂ ਇੱਕ ਬਾਇਰ ਜਦੋਂ ਘਰ ਖਰੀਦਣ ਜਾਂਦਾ ਵਾ ਜੀ,
ਤਾਂ ਤੁਹਾਨੂੰ ਜਿਵੇਂ ਪਤਾ ਅੱਜ ਕੱਲ੍ਹ ਬਿਡਿੰਗ ਹੋ ਰਹੀ ਹੈ, ਜਿਵੇਂ ਆਪਾਂ ontario ਦੀ ਗੱਲ ਕਰ ਰਹੀਏ ਜਾਂ BC ਦੀ ਗੱਲ ਕਰੀਏ, ਤਾਂ ਹੀ ਡੋਂਟ ਨੋ ਕਿ ਮੈਂ ਜਿਹੜੀ ਬਿਡਿੰਗ ਕਰ ਰਿਹਾ ਉਹ ਕਿਸੇ ਕ੍ਰਿਮੀਨਲ ਨਾਲ ਤਾਂ ਨਹੀਂ, ਮੇਰੇ ਪੈਰਲ ਕੋਈ ਕ੍ਰਿਮੀਨਲ ਵੀ ਤਾਂ ਨਹੀਂ ਬਿਡਿੰਗ ਕਰ ਰਿਹਾ। ਸੋ ਅਗਰ ਜਦੋਂ ਇਹ ਚੀਜ਼ਾਂ ਪਬਲਿਕ ਡੋਮੇਨ ਤੇ ਆ ਜਾਣਗੀਆਂ, ਉਹ ਪਤਾ ਲੱਗ ਜਾਏਗਾ ਕਿ ਮੈਂ ਰੀਅਲੀ ਓਨਰਸ਼ਿਪ ਉਹਦੀ ਉਸ ਕੰਪਨੀ ਦਾ ਓਨਰਸ਼ਿਪ ਕਿਹਦੀ ਹੈਗੀ ਆ, ਤਾਂ ਨੈਚੁਰਲੀ ਇਸ ਚੀਜ਼ ਦਾ ਜਿਹੜਾ ਮੇਨ ਦੇਖੋ ਜਿਹੜਾ ਮੇਨ ਇਸ ਰਜਿਸਟਰੀ ਦਾ ਜਿਹੜਾ ਮੋਟਿਵ ਇਹੀ ਹੈਗਾ ਕਿ ਜਿਹੜਾ ਤਾਂ ਇੱਕ ਤਾਂ ਟੈਕਸ ਇਵੇਜਨ ਹੋ ਰਿਹਾ ਵਾ, ਠੀਕ ਹੈ ਜੀ, ਦੂਜਾ ਜਿਹੜੇ ਆਪਣੇ ਲਾਅ ਦੇ ਵਿੱਚ ਕਮੀਆਂ ਹੈਗੀਆਂ ਨੇ ਉਹਨੂੰ ਦੂਰ ਕੀਤਾ ਜਾਂ ਔਰ ਕਈ ਇਹੋ ਜਿਹੀਆਂ ਮਲਟੀਨੈਸ਼ਨਲ ਕਾਰਪੋਰੇਸ਼ਨ ਵੀ ਹੈਗੀਆਂ ਨੇ ਜਿਹੜਾ ਇਸ ਚੀਜ਼ ਨੂੰ ਯੂਜ਼ ਕਰਦੀਆਂ ਨੇ ਟੈਕਸ ਚੋਰੀ ਕਰਨ ਵਾਸਤੇ, ਠੀਕ ਹੈ ਜੀ। ਸੋ ਇਹਨਾਂ ਸਾਰੀਆਂ ਦਾ ਜਿਹੜਾ ਵਾ ਮੇਨ ਉਹਨਾਂ ਨੇ ਇਹੀ ਰੱਖਿਆ ਕਿ ਆਪਾਂ ਉਹ ਲੂਪ ਹੋਲਸ ਨੂੰ ਉਹਦੇ ਵਿੱਚੋਂ ਕੱਢ ਕੇ ਤਾਂ ਕਿ ਇਸ ਲਾਅ ਨੂੰ ਇੰਨਾ ਪਰਫੈਕਟ ਬਣਾਇਆ ਜਾਏ ਕਿ ਮਨੀ ਲਾਂਡਰਿੰਗ ਜਿਹਨੂੰ ਆਪਾਂ ਕਹਿ ਕੇ 2 ਨੰਬਰ ਦਾ ਪੈਸਾ ਉਹ ਰੀਅਲ ਸਟੇਟ 'ਚ ਨਾ ਸਕੇ। ਇਹਦੇ ਵਿੱਚ ਢਿੱਲੋਂ ਸਾਹਿਬ ਮੈਂ ਇੱਕ ਹੋਰ ਐਡ ਕਰ ਦਿਆਂ ਕਿ BC ਨੇ ਵੀ ਇੱਕ ਸਟੱਡੀ ਕੀਤੀ ਹੈ 2018 ਦੇ ਵਿੱਚ। ਅੱਛਾ ਜੀ। ਜਿਹੜੀ BC ਦੀ ਗਵਰਨਮੈਂਟ ਦੀ ਸਟੱਡੀ ਆ ਉਹ ਸਿਰਫ ਰੀਅਲ ਸਟੇਟ 'ਤੇ ਉਹਨਾਂ ਨੇ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਪਾਇਆ ਕਿ 5.3 ਬਿਲੀਅਨ ਜਿਹੜਾ ਕਨਫਰਮ ਹੋਇਆ ਵਾ, ਠੀਕ ਹੈ ਜੀ। ਮਤਲਬ ਜਿਹੜੀ ਮੈਂ ਪਹਿਲੀਆਂ ਤੁਹਾਨੂੰ ontario ਦੀਆਂ ਫਿਗਰਸ ਦਿੱਤੀਆਂ ਉਹਦੇ ਵਿੱਚ ਕਨਫਰਮੇਸ਼ਨ ਨਹੀਂ ਹੈਗੀ ਵੀ ਉਹਦੇ ਵਿੱਚ ਕਿੰਨਾ ਪੈਸਾ ਮਨੀ ਲਾਂਡਰਿੰਗ, ਲੇਕਿਨ ਜਿਹੜੀ BC ਦੀ ਸਟੱਡੀ ਆ ਉਹ ਪਰ ਸਿੱਧਾ ਪੁਆਇੰਟ ਆਊਟ ਕਰਦੀ ਹੈ ਕਿ 5.3 ਬਿਲੀਅਨ ਜਿਹੜਾ ਪੈਸਾ ਉਹ ਮਨੀ ਲਾਂਡਰਿੰਗ ਰਾਹੀਂ ਲੱਗਾ ਵਾ ਜੀ, ਔਰ ਜਿਹਦੇ ਨਾਲ BC ਦੇ ਵਿੱਚ ਜਿਹੜੇ ਪ੍ਰਾਈਸ ਸੀਗੇ ਉਹ 5% ਅੱਪ ਗਏ ਆ। ਮਤਲਬ ਉਸ ਪੈਸੇ ਦਾ ਇੰਨਾ ਇਫੈਕਟ ਹੋਇਆ, ਬਹੁਤ ਵੱਡਾ ਇੰਪੈਕਟ ਹੈ ਜੀ। 5% ਅਗਰ ਤੁਸੀਂ ਆਪਾਂ ਅਗਰ ਮਿਲੀਅਨ ਦੇ ਆਲੇ ਦੁਆਲੇ ਤੁਸੀਂ ਦੇਖੋ ਵੀ ਅਗਰ ਪ੍ਰਾਪਰਟੀ ਪ੍ਰਾਈਸ ਹੋਵੇ ਤਾਂ ਇਟਸ ਅ ਹਿਊਜ ਅਮਾਊਂਟ। ਔਰ ਦੂਸਰਾ BC ਇਜ਼ ਦ ਫਸਟ ਪ੍ਰੋਵਿੰਸ ਹੈ ਜੀ ਜਿਹੜੀ 30 ਅਪ੍ਰੈਲ ਤੋਂ ਇਹਨੂੰ ਇਸ ਡਾਟਾਬੇਸ ਨੂੰ ਪਬਲਿਕ ਡੋਮੇਨ ਤੇ ਲੈ ਕੇ ਜਾ ਰਹੀ ਹੈ। ਅੱਛਾ, ਇਮੀਡੀਏਟ ਇਸੇ ਸਾਲ? ਬਿਲਕੁਲ ਜੀ, ਕੱਲ 30 ਅਪ੍ਰੈਲ ਤੋਂ, ਜਿਵੇਂ ਆਪਣੀ ਅੱਜ ਇੰਟਰਵਿਊ ਹੋ ਰਹੀ ਹੈ, ਕੱਲ 30 ਅਪ੍ਰੈਲ ਤੋਂ ਇਹ ਜਿਹੜਾ ਵਾ BC ਡਾਟਾਬੇਸ ਜਿਹੜਾ ਰੀਅਲ ਸਟੇਟ ਨਾਲ ਰਿਲੇਟਡ ਜਿੰਨੀਆਂ ਵੀ ਬੈਨੀਫੀਸ਼ੀਅਲ ਉਹ ਕੰਪਨੀਆਂ ਜਿਹੜੀਆਂ ਹੋਣਗੀਆਂ ਉਹਨਾਂ ਦਾ ਪਬਲਿਕ ਡੋਮੇਨ ਤੇ ਉਹ ਅਵੇਲੇਬਲ ਹੋਣਗੀਆਂ ਕਿ ਯੂ ਕੈਨ ਕਮ ਟੂ ਨੋ ਕਿ ਕਿਹੜਾ ਬੰਦਾ ਇਹਦਾ ਓਨਰਸ਼ਿਪ ਹੈਗੀ ਹੈ ਇਸ ਕੰਪਨੀ ਦੇ ਮਗਰ। ਠੀਕ ਹੈ ਜੀ। ਸੋ ਇੱਕ ਕੰਪਨੀ ਦੇ ਵਿੱਚ ਉਹ ਸਿੰਗਲ ਓਨਰ ਆ ਜਾਂ ਉਹਦੇ ਚ ਪਾਰਟਨਰਸ ਨੇ, ਜੇ ਪਾਰਟਨਰਸ ਨੇ ਤੇ ਉਹ ਕੌਣ ਨੇ, ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨੇ ਤੁਸੀਂ ਦੇਖੋ ਢਿੱਲੋਂ ਸਾਹਿਬ ਤੁਸੀਂ ਬਿਲਕੁਲ ਬਲਾਈਂਡ ਹੋ। ਬਿਲਕੁਲ ਠੀਕ ਹੈ ਜੀ। ਕਈ ਵਾਰੀ ਇਹੀ ਵੀ ਟ੍ਰਾਂਜੈਕਸ਼ਨਸ ਵੇਖਦੇ ਆ, ਜਦੋਂ ਮੰਨ ਲਓ ਮੈਂ ਕਿਸੇ ਬਾਇਰ ਨੂੰ ਰਿਪਰੈਜ਼ੈਂਟ ਕਰ ਰਿਹਾ ਵਾਂ ਤਾਂ ਸੈਲਰ ਦਾ ਸਾਨੂੰ ਕਈ ਵਾਰ ਸੈਲਰ ਦਾ ਨੰਬਰ ਦੇ ਨਾਂ ਤੇ ਆਉਂਦਾ ਵਾ, ਠੀਕ ਹੈ ਜੀ, ਸਾਨੂੰ ਨਹੀਂ ਪਤਾ ਵੀ ਉਹ ਉਸ ਕਾਰਪੋਰੇਸ਼ਨ ਦੇ ਮਗਰ ਅਸਲੀ ਬੈਨੀਫੀਸ਼ੀਅਲ ਕੌਣ ਹੈਗੇ ਨੇ, ਕੌਣ ਉਹਦੀ ਫਰਮ ਦੇ ਪਿੱਛੇ ਕਿਹੜੇ ਇੰਡੀਵਿਜੂਅਲਸ ਨੇ ਜਿਹੜੇ ਉਸ ਫਰਮ ਨੂੰ ਓਨ ਕਰਦੇ ਨੇ। ਬਿਲਕੁਲ ਬਿਲਕੁਲ ਠੀਕ ਹੈ ਜੀ। ਤੇ ਚੀਮਾ ਸਾਹਿਬ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਤੇ ਮੈਂ ਵੀ ਇਹਦੇ ਤੇ ਕਾਫੀ ਰਿਸਰਚ ਕੀਤੀ ਕਿ ਜਿਹੜੀ ਮਨੀ ਲਾਂਡਰਿੰਗ ਆ ਉਹ ਆਲਮੋਸਟ ਵਰਲਡ ਓਵਰ 5 ਤੋਂ 6% ਜਿਹੜੀ ਵਰਲਡ GDP ਹੈ ਉਹਨੂੰ ਕੰਟਰੀਬਿਊਟ ਕਰਦੀ ਹੈ। ਸੋ ਅਗਰ ਵਰਲਡ GDP ਦੇ ਨੰਬਰਸ ਆਪਾਂ ਅਗਰ ਥੋੜਾ ਜਿਹਾ ਦੇਖੀਏ ਤੇ ਐਜ਼ ਪਰ ਵਨ ਐਸਟੀਮੇਸ਼ਨ ਇਹ ਇਜ਼ ਐਜ਼ ਹਾਈ ਐਜ਼ $2 trillion। ਸੋ ਮਤਲਬ $2 trillion ਜਿਹੜਾ ਅਮਾਊਂਟ ਹੈਗੀ ਆ ਉਹ ਮਨੀ ਲਾਂਡਰਿੰਗ ਦਾ ਜਿਹੜਾ ਪੈਸਾ ਆ ਉਹ ਮਾਰਕੀਟ 'ਚ ਓਪਰੇਟ ਹੁੰਦਾ। ਤੇ ਹੁਣ ਅਗਰ ਅਸੀਂ ਵਾਪਸ ਆਈਏ ਜਿਹੜੀ ਰੀਅਲ ਅਸਟੇਟ ਜਿਹੜੀ ਪ੍ਰੈਜ਼ੈਂਟ ਕੰਡੀਸ਼ਨ ਹੈਗੀ ਹੈ, ਖਾਸ ਕਰਕੇ ਆਪਾਂ ontario ਦੀ ਗੱਲ ਕਰੀਏ ਜਾਂ BC ਦੀ ਗੱਲ ਕਰੀਏ, ਪਰ ਇਹਦਾ ਰਬ ਆਫ ਫੈਕਟਰ ਤਾਂ ਬਾਕੀ ਪ੍ਰੋਵਿੰਸਸ ਤੇ ਵੀ ਪੈ ਰਿਹਾ, ਇਨਕਲੂਡਿੰਗ ਅਲਬਰਟਾ। ਬਿਲਕੁਲ ਅਲਬਰਟਾ 'ਚ ਵੀ ਪੈ ਰਿਹਾ ਵਾ, ਲੇਕਿਨ ਵੇਖੋ ਜ਼ਿਆਦਾ ਜਿਹੜਾ ਰੁਝਾਨ ਆ ਜੇ ਤੁਸੀਂ ਵੇਖੋ 2017-18 ਦੇ ਵਿੱਚ ਤੁਹਾਨੂੰ ਯਾਦ ਹੋਊਗਾ ontario ਔਰ BC ਨੇ ਦੋਨਾਂ ਨੇ ਫੋਰਨਰਸ ਦੀ ਬਾਇੰਗ ਨੂੰ ਡਿਸਕਰੇਜ ਕਰਨ ਵਾਸਤੇ ਜੀ ਕੁਝ ਲਾਜ਼ ਲਿਆਂਦੇ ਸੀ, ਉਹਨਾਂ ਤੇ ਟੈਕਸ ਲਾਇਆ ਸੀਗਾ, ਕਿਉਂਕਿ ਜ਼ਿਆਦਾ ਇਸ ਵੇਲੇ ਜਿਹੜੀ ਮਤਲਬ ਚਿੰਤਾ ਵਾ ਉਹ ਇਹਨਾਂ 2 ਪ੍ਰੋਵਿੰਸ ਦੇ ਉੱਤੇ ਆ, ਕਿਉਂਕਿ ਉੱਥੇ ਜਿਹੜੇ ਪ੍ਰਾਈਸ ਹੈਗੇ ਨੇ ਉਹ ਬਹੁਤ ਜ਼ਿਆਦਾ ਹਾਈ ਸਕਾਈ ਰੌਕਟਿੰਗ ਹੋ ਗਏ ਨੇ, ਜਿਹੜਾ ਕਿ ਉਹਨਾਂ ਨੂੰ ਰੁਕਣ ਦਾ ਅਜੇ ਤੱਕ ਨਾਂ ਨਹੀਂ ਲੈ ਰਹੇ। ਲੇਕਿਨ ਅਲਬਰਟਾ ਜਿਹੜਾ ਸਮਾਲ ਪਲੇਅਰ ਆ, ਲੇਕਿਨ ਮਨੀ ਲਾਂਡਰਿੰਗ ਤਾਂ ਕਿਤੇ ਵੀ ਹੋ ਸਕਦੀ, ਕਿਉਂਕਿ ਉਹਦੇ ਵਿੱਚ ਵੇਖੋ ਜਿਹੜੀ ਇਹ ਫੈਡਰਲ ਗੌਰਮੈਂਟ ਨੇ ਡਿਸਾਈਡ ਕੀਤਾ ਉਹਦੇ ਵਿੱਚ ਹੁਣ ਐਕਸਪਰਟਸ ਦਾ ਇਹੀ ਕਹਿਣਾ ਵਾ ਕਿ ਮਤਲਬ ਜੇ ਤੁਸੀਂ ਪ੍ਰੋਵਿੰਸ ਜਾਂ ਟੈਰੀਟੋਰੀਅਲ ਗੌਰਮੈਂਟ ਦੇ ਨਾਲ ਡਿਸਕਸ਼ਨ ਨਹੀਂ ਕਰਦੇ ਹੋ, ਜੋ ਤੁਹਾਡੇ ਨਾਲ ਪਾਰਟਿਸਿਪੇਟ ਨਹੀਂ ਕਰਦੇ, ਤਾਂ ਇਹੋ ਜਿਹੇ ਲਾਅ ਲਿਆਉਣ ਦਾ ਕੋਈ ਫਾਇਦਾ ਨਹੀਂ ਹੋਗਾ, ਕਿਉਂਕਿ ਵੇਖੋ ਹਰ ਪ੍ਰੋਵਿੰਸ ਦਾ ਇੱਕ ਆਪਣਾ ਲਾਅ ਵਾ ਕਾਰਪੋਰੇਸ਼ਨ ਨੂੰ। ਠੀਕ ਹੈ ਜੀ। ਉਹ ਕਹਿੰਦੇ ਵੀ ਜੇ ਉਹ ਪਾਰਟਿਸਿਪੇਟ ਨਹੀਂ ਕਰਨਗੇ ਤਾਂ ਮਨੀ ਲਾਂਡਰਿੰਗ ਜਿਹੜੇ ਉਹ ਕ੍ਰਾਈਮ ਦਾ ਪੈਸਾ ਵਾ ਉਹ ਉਸ ਪ੍ਰੋਵਿੰਸ 'ਚ ਚਲਾ ਜਾਏਗਾ ਜਿੱਥੇ ਉਹ ਲਾਅ ਉਹਨਾਂ ਨੂੰ ਅਲਾਉ ਕਰਦੇ ਆ। ਬਿਲਕੁਲ ਠੀਕ ਹੈ। ਜਾਂ ਉਸ ਲਾਅ ਦੇ ਵਿੱਚ ਲੂਪ ਹੋਲਸ ਹੈਗੇ ਆ। ਅਗਰ ਇਹਦਾ ਪ੍ਰੋਪਰ ਇਫੈਕਟ ਦੇਖਣਾ ਆ ਤੇ ਇਹ ਜਾਂ ਤਾਂ ਪੈਨ ਕੈਨੇਡਾ ਆਲ ਅਕ੍ਰੋਸ ਲੱਗੇ ਜੀ, ਤੇ ਅਦਰਵਾਈਜ਼ ਜੇ ਸਿਲੈਕਟਿਵਲੀ ਲੱਗੇਗਾ ਤੇ ਆਬਵੀਅਸ ਹੈ ਕਿ ਉਹ ਉੱਥੇ ਜਾ ਕੇ ਕੰਪਨੀਆਂ ਰਜਿਸਟਰ ਕਰਨਗੇ ਜਿੱਥੇ ਉਹਨਾਂ ਨੂੰ ਬੈਨੀਫਿਟ ਹੈਗਾ ਆ। ਬਿਲਕੁਲ ਢਿੱਲੋਂ ਸਾਹਿਬ, ਇਹ ਜਿਹੜਾ ਕ੍ਰਿਟਿਕਸ ਦਾ ਇਹ ਕਹਿਣਾ ਕਿ ਫੈਡਰਲ ਗੌਰਮੈਂਟ ਨੇ ਕੋਈ ਵੀ ਹਿੰਟ ਨਹੀਂ ਦਿੱਤਾ ਪ੍ਰੋਵਿੰਸ ਔਰ ਟੈਰੀਟੋਰੀਅਲ ਗੌਰਮੈਂਟਸ ਨੂੰ ਕਿ ਅਸੀਂ ਇਹੋ ਜਿਹਾ ਇੱਕ ਲੈ ਕੇ ਆ ਰਹੇ ਹਾਂ ਨੈਸ਼ਨਲ ਰਜਿਸਟਰੀ ਦਾ, ਜਿਹੜਾ ਉਹਨਾਂ ਨੇ ਇੱਕ ਆਈਡੀਆ ਦਿੱਤਾ ਵਾ। ਲੇਕਿਨ ਉਹਨਾਂ ਦਾ ਕਹਿਣਾ ਕਿ ਮਤਲਬ ਹੁਣ ਜਿਹੜਾ ਟਾਈਮ ਹੈ ਉਹਨਾਂ ਨੂੰ ਉਹਨਾਂ ਨਾਲ ਕੰਸਲਟੇਸ਼ਨ ਕਰਨੀ ਪਏਗੀ, ਉਹਨਾਂ ਦੀ ਪਾਰਟਿਸਿਪੇਸ਼ਨ ਸ਼ੋਰ ਕਰਨੀ ਪਏਗੀ, ਨਹੀਂ ਤੇ ਇਹੋ ਜਿਹੇ ਲਾਅ ਲਿਆਉਣ ਦਾ ਕੋਈ ਫਾਇਦਾ ਨਹੀਂ ਹੋਏਗਾ।
ਠੀਕ ਹੈ ਜੀ। ਕਿਉਂਕਿ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੇ ਤਾਂ ਦੇਖਣਾ ਵੀ ਕਿੱਥੇ ਮੈਨੂੰ ਲੱਗ ਰਿਹਾ ਕਿ ਮੇਰਾ ਪੈਸਾ ਉੱਥੇ ਲੱਗ ਸਕਦਾ, ਮੈਂ ਉਸ ਪ੍ਰੋਵਿੰਸ ਨੂੰ ਮੂਵ ਕਰ ਜਾਵਾਂਗਾ। ਠੀਕ ਹੈ ਜੀ। ਸੋ ਇਹ ਬੜਾ ਜ਼ਰੂਰੀ ਹੈ, ਆਉਣ ਵਾਲੇ ਟਾਈਮ 'ਚ ਇਹਨਾਂ ਨੂੰ ਕੰਸਲਟੇਸ਼ਨ ਕਰਨੀ ਪਏਗੀ ਔਰ ਉਹਨਾਂ ਦਾ ਅਸ਼ੋਰ ਕਰਨਾ ਪਏਗਾ ਵੀ ਪ੍ਰੋਵਿੰਸ਼ੀਅਲ ਔਰ ਟੈਰੀਟੋਰੀਅਲ ਗਵਰਨਮੈਂਟਸ ਵੀ ਪਾਰਟਿਸਿਪੇਟ ਕਰਨ। ਵੈਸੇ ਤਾਂ ਇਹ ਬਹੁਤ ਇਨ ਡੈਪਥ ਸਬਜੈਕਟ ਹੈ ਆਪਣੇ ਆਪ 'ਚ ਚੀਮਾ ਸਾਹਿਬ, ਮਨੀ ਲਾਂਡਰਿੰਗ। ਆਪਾਂ ਕਿਸੇ ਵੇਲੇ ਜ਼ਰੂਰ ਇੱਥੇ ਵੀ ਪ੍ਰੋਗਰਾਮ ਕਰਾਂਗੇ ਆਪਣੇ ਵਿਊਅਰਸ ਦੇ ਬੈਨੀਫਿਟ ਵਾਸਤੇ। ਇੱਕ ਹੋਰ ਚੀਜ਼ ਮੈਂ ਪਿਛਲੇ ਦਿਨੀ ਦੇਖੀ ਆ, ਫੈਡਰਲ ਬਜਟ ਤੋਂ ਬਾਅਦ ਇੱਕ ਸੀਨੀਅਰ ਬੈਂਕ ਅਫੀਸ਼ੀਅਲ ਨੇ ਯੂ ਟਰਨ ਲਿੱਤੀ ਹੈ ਜੀ, ਉਹ ਕੀ ਹੈ? ਉਹਦੇ ਵਿੱਚ ਯੂ ਟਰਨ ਮੇਨ ਲਈ ਹੈ ਜੀ, ਆਪਾਂ ਬੈਂਕ ਆਫ ਕੈਨੇਡਾ ਦੀ ਗੱਲ ਕਰ ਰਹੇ ਹਾਂ। ਬਿਲਕੁਲ, ਹਾਂਜੀ। ਕਿਉਂਕਿ ਬੈਂਕ ਆਫ ਕੈਨੇਡਾ ਦਾ ਜਦੋਂ ਬਾਰ-ਬਾਰ ਇਹ ਹਿੰਟ ਦੇ ਰਿਹਾ ਸੀ ਕਿ ਜਿਹੜੇ ਓਵਰਨਾਈਟ ਲੈਂਡਿੰਗ ਰੇਟਸ ਨੇ, ਜਿਹਨਾਂ ਨੂੰ ਆਪਾਂ ਇੰਟਰਸਟ ਰੇਟ ਕਹਿੰਦੇ ਵੀ ਉਹ 2023 ਤੱਕ ਕੋਈ ਸੰਭਾਵਨਾ ਨਹੀਂ, ਸਿਗਨਲ ਦੇ ਰਿਹਾ ਸੀਗਾ। ਲੇਕਿਨ ਜਦੋਂ ਹੁਣ ਉਹਨੇ ਦੇਖਿਆ ਕਿ ਜਿਹੜੇ ਇੰਨਾ ਪ੍ਰੈਸ਼ਰ ਪੈ ਰਿਹਾ ਵਾ, ਕ੍ਰਿਟਿਸਿਜ਼ਮ ਹੋ ਰਿਹਾ ਕਿ ਜਿਹੜੇ ਰੀਅਲ ਸਟੇਟ ਦੇ ਪ੍ਰਾਈਸਿਸ ਵੱਧਦੇ ਜਾ ਰਹੇ ਨੇ, ਉਹਦਾ ਕਿਤੇ ਨਾ ਕਿਤੇ ਇਹਦਾ ਵੀ ਇੰਡਾਇਰੈਕਟਲੀ ਹੱਥ ਹੈਗਾ ਵੀ ਤੁਸੀਂ ਬਾਰ-ਬਾਰ ਇੱਕ ਸਿਗਨਲ ਦੇ ਰਹੇ ਹੋ ਮਾਰਕੀਟ ਦੇ ਵਿੱਚ। ਠੀਕ ਹੈ। ਸੋ ਉਹਨਾਂ ਨੇ ਉਹ ਯੂ ਟਰਨ ਲੈਂਦਿਆਂ ਹੋਇਆ ਬੈਂਕ ਆਫ ਕੈਨੇਡਾ ਨੇ ਅਨਾਉਂਸ ਕੀਤਾ ਕਿ ਉਹਨਾਂ ਨੇ ਉਹ ਪ੍ਰੀਪੋਨ ਕੀਤਾ ਵਾ 2022 ਦੇ ਸੈਕੰਡ ਜਿਹੜਾ ਹਾਫ ਹੈਗਾ ਵਾ। ਠੀਕ ਹੈ ਜੀ। ਸੋ ਅਗਰ ਆਪਾਂ ਕਹੀਏ ਕਿ ਤਕਰੀਬਨ ਅਗਲੇ ਸਾਲ ਜੂਨ ਦੇ ਬਾਅਦ। ਹਾਂਜੀ, ਲੇਕਿਨ ਉਹਦੇ ਵਿੱਚ ਬੈਂਕ ਆਫ ਕੈਨੇਡਾ ਦੇ ਜਿਹੜੇ ਗਵਰਨਰ ਨੇ ਟਿਫ ਮੈਕੈਲਮ ਜਿਹੜੇ ਨੇ, ਜਿਹੜੇ ਲਾਸਟ ਈਅਰ ਅਗਰ ਤੁਹਾਨੂੰ ਯਾਦ ਹੋਊਗਾ ਤਾਂ ਜੂਨ ਦੇ ਵਿੱਚ ਉਹਨਾਂ ਜੁਆਇਨ ਕੀਤਾ ਸੀਗਾ, ਜਿਨ੍ਹਾਂ ਨੂੰ ਲਗਭਗ 11 ਮਹੀਨੇ ਹੋ ਗਏ ਨੇ ਬੈਂਕ ਆਫ ਕੈਨੇਡਾ ਦੇ ਹੈੱਡ ਬਣਿਆ ਨੂੰ। ਕਰੈਕਟ। ਸੋ ਉਹਨਾਂ ਨੇ ਇੱਕ ਆਪਣੀ ਇੰਟਰਵਿਊ 'ਚ ਇਹ ਸਪਸ਼ਟ ਕੀਤਾ ਵਾ ਕਿ ਮਤਲਬ ਇਹ ਕੋਈ ਜ਼ਰੂਰੀ ਨਹੀਂਗਾ ਕਿ 2022 ਦੇ ਸੈਕੰਡ ਜਿਹੜਾ ਹਾਫ ਹੈ ਉਹਦੇ ਵਿੱਚ ਇੰਟਰਸਟ ਰੇਟ ਵੱਧ ਜਾਣਗੇ। ਉਹਨਾਂ ਨੇ ਇੱਕ ਉਹਨੂੰ ਪ੍ਰੀਪੋਨ ਕੀਤਾ ਉਸ ਟਾਈਮਿੰਗ ਨੂੰ। ਸੋ ਉਹ ਕੋਈ ਉਹ ਪ੍ਰੋਮਿਸ ਨਹੀਂ ਹੈਗਾ, ਇਸ ਕਰਕੇ ਉਹ ਕਰੰਟ ਸਿਚੁਏਸ਼ਨ ਜਦੋਂ ਜਿਹੋ ਜਿਹੀ ਵੀ ਸਿਚੁਏਸ਼ਨ ਉਦੋਂ ਹੋਏਗੀ ਉਹਦੇ ਹਿਸਾਬ ਨਾਲ ਬੈਂਕ ਆਫ ਕੈਨੇਡਾ ਡਿਸੀਜਨ ਲਏਗਾ। ਕਿਉਂਕਿ ਬੈਂਕ ਆਫ ਕੈਨੇਡਾ ਨੂੰ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਕਿ ਉਹ ਰੀਅਲ ਸਟੇਟ ਨਹੀਂ ਵੇਖ ਰਹੀ, ਉਹ ਜਿਹੜੇ ਦੂਸਰੇ ਵੀ ਇੰਡਸਟਰੀ ਹੈ, ਜਿਹੜੀ ਇਕੋਨਮੀ ਦਾ ਦੂਜੇ ਸੈਗਮੈਂਟਸ ਨੇ, ਹਾਂਜੀ ਸੈਗਮੈਂਟਸ ਨੇ, ਜਾਂ ਜਿਹੜੇ ਦੂਸਰੇ ਜਿਹੜੇ ਇੰਡਸਟਰੀਜ਼ ਹੈਗੀਆਂ ਨੇ, ਅਗਰ ਉਹਨਾਂ ਵਾਸਤੇ ਅਗਰ ਬੋਰੋਇੰਗ ਔਖੀ ਕਰ ਦੇਣਗੇ ਤੇ ਉਹ ਵੀ ਤੇ ਡਾਇਰੈਕਟ ਇੰਪੈਕਟ ਪਾਏਗੀ, ਇਕੋਨਮੀ ਨੂੰ ਸੈਟਬੈਕ ਦੇਗੀ। ਵੇਖੋ ਬੈਂਕ ਆਫ ਕੈਨੇਡਾ ਦਾ ਜਿਹੜਾ ਜੀ ਉਹਨਾਂ ਨੇ ਇੱਕ ਟਾਰਗੇਟ ਰੱਖਿਆ ਹੁੰਦਾ 1 to 3%। ਠੀਕ ਹੈ ਜੀ। ਸੋ ਦੇ ਆਰ ਕੰਫਰਟੇਬਲ ਜੇ ਇਨਫਲੇਸ਼ਨ 1 ਤੋਂ ਲੈ ਕੇ 3% ਤੇ ਰਹਿੰਦੇ ਨੇ, ਲੇਕਿਨ ਜਿਹੜਾ ਉਹਦਾ ਮਿਡਲ ਪਾਰਟ ਆ 2% ਹੈ। ਸੋ ਪਿਛਲੇ 30 ਸਾਲਾਂ ਤੋਂ ਬੈਂਕ ਆਫ ਕੈਨੇਡਾ ਨੇ ਉਹਨੂੰ ਇੱਕ ਟਾਰਗੇਟ ਰੱਖਿਆ ਕਿ ਇਨਫਲੇਸ਼ਨ ਜਿਹੜੀ ਆ 2% ਦੇ ਕੋਲ ਰਹਿਣੀ ਚਾਹੀਦੀ ਆ। ਸੋ ਲੇਕਿਨ ਇਹਦੇ ਵਿੱਚ ਉਹਨੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਇੱਕ ਗਲੋਬ ਐਂਡ ਮੇਲ ਨੂੰ ਇੰਟਰਵਿਊ ਕੀਤੀ, ਉਹਦੇ ਵਿੱਚ ਉਹਨਾਂ ਸਪਸ਼ਟ ਕੀਤਾ ਵਾ ਕਿ ਅਗਰ ਸਾਨੂੰ ਲੱਗਿਆ ਕਿ ਜਿਹੜੀਆਂ ਦੂਸਰੇ ਸੈਕਟਰਸ ਨੇ ਇਕੋਨਮੀ ਦੇ ਉਹ ਉਸ ਹਿਸਾਬ ਨਾਲ ਨਹੀਂ ਅੱਗੇ ਵਧ ਰਹੇ ਜਾਂ ਉਹਨਾਂ ਵਿੱਚ ਕੋਈ ਗਰੋਥ ਨਹੀਂ ਆ ਰਹੀ, ਤਾਂ ਚਾਹੇ ਇਨਫਲੇਸ਼ਨ ਹੋ ਸਕਦਾ ਵੱਧ ਵੀ ਜਾਵੇ 2% ਤੋਂ, ਤਾਂ ਇਹ ਹੋ ਸਕਦਾ ਰੇਟ ਆਫ ਇੰਟਰਸਟ ਨਾ ਵੀ ਵਧਾਈਏ, ਕਿਉਂਕਿ ਉਹਨਾਂ ਕੋਲ 3% ਤੱਕ ਜਾਣ ਦਾ ਜਿਹੜਾ ਉਹਨਾਂ ਕੋਲ ਇੱਕ ਹੈਗਾ ਬੈਂਚਮਾਰਕ। ਠੀਕ ਹੈ। ਸੋ ਉਹਨੂੰ ਅਗਰ ਲੀਵਰੇਜ ਲੈ ਸਕਦੇ ਨੇ, ਹੋਰ ਉਸ ਗੱਲ ਨੂੰ ਸਸਟੇਨ ਕੀਤਾ। ਬਿਲਕੁਲ। ਸੋ ਉਹਨਾਂ ਨੇ ਕਲੀਅਰ ਕੀਤਾ ਕਿ ਇਹ ਨਾ ਸਮਝਿਆ ਜਾਏ ਕਿ 2022 ਦੇ ਸੈਕੰਡ ਹਾਫ ਦੇ ਵਿੱਚ ਇਹੀ ਇੰਟਰਸਟ ਰੇਟ ਸ਼ੋਰ ਵੱਧ ਜਾਣਗੇ। ਉਸ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਆ, ਜੋ ਵੀ ਉਹਦਾ ਸਾਈਨ ਐਂਡ ਸਿੰਪਟਮਸ ਹੋਣਗੇ ਇਕੋਨਮੀ ਦੀ, ਜੋ ਕੰਡੀਸ਼ਨ ਹੋਣਗੀ ਉਹਦੇ ਹਿਸਾਬ ਨਾਲ ਡਿਸੀਜਨ ਲਿਆ ਜਾਏਗਾ। ਤੇ ਹੁਣ ਇਹ ਚੀਮਾ ਸਾਹਿਬ ਮੈਨੂੰ ਦੱਸੋ ਵੀ ਹੁਣ ਦੋ ਗੱਲਾਂ ਬੜੀਆਂ ਇੰਪੋਰਟੈਂਟ ਨੇ ਜੀ। ਇੱਕ ਪਾਸੇ ਇੱਕ ਰਿਪੋਰਟਾਂ ਅਸੀਂ ਇਹ ਦੇਖ ਰਹੇ ਹਾਂ ਮਨੀ ਲਾਂਡਰਿੰਗ ਦੀਆਂ ਜੀ, ਤੇ ਉਹਦਾ ਇੰਪੈਕਟ ਔਨ ਰੀਅਲ ਅਸਟੇਟ ਪ੍ਰਾਈਸਿਸ। ਦੂਸਰੇ ਪਾਸੇ ਜੋ ਫੈਡਰਲ ਗਵਰਨਮੈਂਟ ਦੇ ਬਜਟ ਦੇ ਵਿੱਚ ਆਈ ਹੈ ਕਿ ਅਸੀਂ ਜਿਹੜੀਆਂ ਨੰਬਰਡ ਕੰਪਨੀਜ਼ ਨੇ ਉਹਨਾਂ ਦੇ ਰੀਅਲ ਓਨਰਸ ਜਿਹੜੇ ਨੇ ਉਹ ਇੱਕ ਓਪਨ ਟੂ, ਜਿਹਨੂੰ ਕਹਿੰਦੇ ਨੇ ਓਪਨ ਬੁੱਕ ਕਰਕੇ ਟਰਾਂਸਪੇਰੈਂਸੀ ਲੈ ਆਣੀ ਆ ਕਿ ਉਹ ਹਰ ਇੱਕ ਨੂੰ ਪਤਾ ਹੋਵੇ ਕਿ ਇਸ ਕੰਪਨੀ ਦਾ ਜਿਹੜਾ ਓਨਰ ਹੈ ਉਹ ਕੌਣ ਹੈ ਜੀ। ਤੀਸਰੇ ਪਾਸੇ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਬੈਂਕ ਆਫ ਕੈਨੇਡਾ ਦੇ ਜਿਹੜੇ CEO ਨੇ, ਉਹਨਾਂ ਨੇ ਬਿਆਨ ਦਿੱਤਾ ਹੈ ਕਿ ਅਸੀਂ ਜ਼ਰੂਰੀ ਨਹੀਂਗਾ ਕਿ 2023 ਦੀ ਵੇਟ ਕਰੀਏ, ਬੇਸਡ ਔਨ ਦਾ ਸਿਚੁਏਸ਼ਨ ਅਸੀਂ ਇਸ ਚੀਜ਼ ਨੂੰ ਪ੍ਰੀਪੋਨ ਕਰ ਸਕਦੇ ਹਾਂ ਔਰ ਉਹਦੇ 'ਚ ਇੰਟਰਸਟ ਰੇਟ 'ਚ ਚੇਂਜਸ ਆਉਣ ਦੀ ਸੰਭਾਵਨਾ ਹੈਗੀ ਹੈ ਜੀ। ਬਿਲਕੁਲ। ਪਰ ਤੁਸੀਂ ਹੁਣ ਇਹਨਾਂ ਤਿੰਨਾਂ ਚੀਜ਼ਾਂ ਨੂੰ ਅਗਰ ਆਪਾਂ ਸਾਹਮਣੇ ਰੱਖ ਕੇ ਗੱਲ ਕਰੀਏ ਤਾਂ ਤੁਸੀਂ ਜਿਹੜਾ ਬਾਇਰ ਆ ਜਾਂ ਜਿਹੜਾ ਸੈਲਰ ਆ ਉਹਨੂੰ ਕੀ ਐਡਵਾਈਸ ਦੇਣਾ ਸਮਝੋਗੇ ਜੀ ਠੀਕ ਹੈਗਾ? ਦੇਖੋ ਬਾਇਰ ਨੂੰ ਤਾਂ ਵੇਖੋ ਜੀ, ਚਾਹੇ ਉਹ ਬਾਇਰ ਲਈ ਤਾਂ ਡਿਊ ਡਿਲੀਜੈਂਸ ਹੈ। ਠੀਕ ਹੈ ਜੀ। ਦੇਖੋ ਉਹਨੂੰ ਦੇਖਣਾ ਪਏਗਾ ਕਿ ਮਾਰਕੀਟ ਦੇ ਵਿੱਚ ਜਿਹੜੀ ਵੀ ਚੀਜ਼ ਉਹ ਬਾਏ ਕਰਨ ਜਾ ਰਿਹਾ ਕਿ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਠੀਕ ਹੈ। ਮੈਂ ਹੁਣ ਤੁਹਾਨੂੰ ਢਿੱਲੋਂ ਸਾਹਿਬ ਆਪਣੇ ਐਕਸਪੀਰੀਅੰਸ ਤੋਂ ਦੱਸ ਰਿਹਾ, ਜੋ ਅੱਜ ਮੈਂ ਕੈਲਗਰੀ ਦੀ ਮਾਰਕੀਟ ਦੀ ਤੁਹਾਨੂੰ ਗੱਲ ਸੁਣਾ ਰਿਹਾ ਜੀ, ਕਿ ਕਈ ਵਾਰੀ ਇਹ ਹੋ ਰਿਹਾ ਵਾ ਵੀ ਕੋਈ ਪ੍ਰਾਪਰਟੀ ਮੰਨ ਲਓ ਅੱਜ ਲਿਸਟ ਹੁੰਦੀ ਹੈ ਜੀ, ਹੁਣ ਉਹ ਪ੍ਰਾਪਰਟੀ ਲਿਸਟ ਹੋ ਗਈ, ਨੈਚੁਰਲੀ ਬਾਇਰ ਮਾਰਕੀਟ 'ਚ ਹੈਗਾ ਵਾ। ਕਰੈਕਟ। ਸੋ ਹੋ ਸਕਦਾ ਪਹਿਲੇ 2 ਦਿਨ ਕਾਫੀ ਸ਼ੋਇੰਗਸ ਹੋਣ ਉਹਦੀਆਂ, ਲੇਕਿਨ ਹੁਣ ਤੁਸੀਂ ਇਹ ਜੱਜਮੈਂਟ ਲਾ ਕੇ ਕਿ ਨੰਬਰ ਆਫ ਸ਼ੋਇੰਗਸ ਇੰਨੀਆਂ ਜ਼ਿਆਦੀਆਂ ਇਸ ਪ੍ਰਾਪਰਟੀ 'ਤੇ ਹੋ ਰਹੀਆਂ ਵੀ ਇਹ ਪ੍ਰਾਪਰਟੀ ਨੇ ਰਹਿਣਾ ਨੀਗਾ ਜੀ, ਤਾਂ ਤੁਸੀਂ ਮਤਲਬ ਓਵਰ ਐਂਬੀਸ਼ੀਅਸ ਹੋ ਕੇ ਕੋਈ ਇਹੋ ਜਿਹੀ ਆਫਰ ਉਹਦੇ 'ਤੇ ਭੇਜ ਦਿੰਦੇ ਹੋ ਵਿਚ ਇਜ਼ ਨੋਟ ਕਲੋਜ਼ ਟੂ ਦਾ ਮਾਰਕੀਟ ਵੈਲਿਊ,
ਤਾਂ ਤੁਹਾਨੂੰ ਹੋ ਸਕਦਾ ਕਿ ਲੇਟਰ ਨੂੰ ਆਪਣੀ ਇਸ ਕੀਤੇ ਹੋਏ ਤੇ ਪਛਤਾਵਾ ਵੀ ਹੋ ਸਕਦਾ ਕਿ ਮੈਂ ਮਹਿੰਗੀ ਚੀਜ਼ ਖਰੀਦ ਲਈ ਮਾਰਕੀਟ ਦੇ ਵਿੱਚੋਂ, ਅਗਰ ਮੈਂ ਵੇਟ ਕਰ ਲੈਂਦਾ ਤਾਂ ਹੋ ਸਕਦਾ ਮੈਨੂੰ ਕੰਪੀਟੀਟਿਵ ਪ੍ਰਾਈਸ ਮਿਲ ਸਕਦਾ। ਸੋ ਇਹ ਦੇਖੋ, ਤੁਹਾਨੂੰ ਯਾਦ ਹੈ ਵਾਰਨ ਬਫਟ ਦਾ ਇੱਕ ਬਹੁਤ ਵਧੀਆ ਕੋਟ ਹੈ ਜੀ ਜਿਹੜਾ ਉਹਨਾਂ ਨੇ ਸਟਾਕ ਮਾਰਕੀਟ ਤੇ, ਲੇਕਿਨ ਉਹ ਇਸ ਵੇਲੇ ਲਗਭਗ ਹਰ ਜਗ੍ਹਾ ਅਪਲਾਈ ਹੋ ਜਾਂਦਾ, ਰੀਅਲ ਏਸਟੇਟ ਤੇ ਵੀ ਉਹ ਪੂਰਾ ਲਾਗੂ ਹੋ ਰਿਹਾ। ਬਿਲਕੁਲ ਹੁੰਦਾ ਉਹਦਾ ਇਹ ਕਹਿਣਾ ਕਿ ਯੂ ਸ਼ੁੱਡ ਬੀ ਫੀਅਰਫੁਲ ਵੈਨ ਐਵਰੀਬਾਡੀ ਇਜ਼ ਗ੍ਰੀਡੀ। ਠੀਕ ਹੈ ਜੀ। ਜਦੋਂ ਹੁਣ ਹਰ ਬੰਦੇ ਨੂੰ ਗ੍ਰੀਡੀ ਵਧੀਆ ਤਾਂ ਯੂ ਸ਼ੁੱਡ ਬੀ ਫੀਅਰਫੁਲ। ਹਾਂਜੀ ਚੀਮਾ ਸਾਹਿਬ, ਅਗਰ ਆਪਾਂ ਦੇਖੀਏ ਤੇ ਇਹ ਹੈਗਾ ਕਿ ਤੁਹਾਡਾ ਸੁਨੇਹਾ ਲਾਰਜਲੀ ਬਾਇਰਸ ਨੂੰ ਇਹ ਹੈਗਾ ਕਿ ਤੁਸੀਂ ਡੈਸਪਰੇਟ ਹੋ ਕੇ ਬਿਡ ਨਾ ਕਰੋ। ਬਿਲਕੁਲ। ਅਗਰ ਆਪਣੀ ਤੁਸੀਂ ਕੈਲਕੂਲੇਸ਼ਨ ਲਗਾਉਂਦੇ ਹੋ ਕਿ ਇਹ ਪ੍ਰਾਈਸਿਸ ਜਿਹੜੀਆਂ ਨੇ ਇੱਥੇ ਹਮੇਸ਼ਾ ਨਹੀਂ ਰਹਿਣੀਆਂ ਤੇ ਸਸਟੇਨ ਨਹੀਂ, ਜੇ ਨਾ ਹੋਈ ਪ੍ਰਾਈਸਿਸ ਥੱਲੇ ਡਿੱਗੀਆਂ ਫਿਰ ਸਾਡੀ ਪੋਜੀਸ਼ਨ ਔਕਵਰਡ ਹੋ ਜਾਣੀ। ਇਸ ਪ੍ਰਾਪਰਟੀ ਨੂੰ ਸਸਟੇਨ ਕਰਨਾ, ਪ੍ਰਾਪਰਟੀ ਨੂੰ ਮੇਨਟੇਨ ਕਰਨਾ, ਮੌਰਗੇਜ ਦੀਆਂ ਕਮਿਟਮੈਂਟਸ ਨੂੰ ਆਨਰ ਕਰਨਾ। ਸੋ ਉਸ ਚੀਜ਼ ਨੂੰ ਦੇਖਦਿਆਂ ਹੋਇਆਂ ਅਗਰ ਤੁਸੀਂ ਆਪਣੀ ਜਿਹੜੀ ਲਿਮਿਟ ਆ ਉਸ ਤੋਂ ਬਿਯੋਂਡ ਜਾ ਕੇ ਵੀ ਇੱਕ ਪ੍ਰਾਪਰਟੀ ਆ ਗਈ ਹੈ ਮਾਰਕੀਟ 'ਚ ਕਿ ਬਾਈ ਹੁੱਕ ਔਰ ਕਰੁੱਕ ਵੀ ਮੈਂ ਇਹ ਐਸੀ ਬਿਡ ਇਹਦੇ ਤੇ ਕਰ ਦੇਵਾਂ ਕਿ ਇਹ ਮੈਨੂੰ ਮਿਲ ਜਾਵੇ, ਤੇ ਤੁਸੀਂ ਆਪਣੀ ਵੇ ਮੋਰ ਕੈਪੈਸਿਟੀ ਤੋਂ ਕਿਤੇ ਜਿਹੜਾ ਆ ਉਹ ਫੈਸਲਾ ਲੈ ਕੇ ਅਗਰ ਫਸਦੇ ਹੋ ਤੇ ਉਹ ਤੁਹਾਡਾ ਫੈਸਲਾ ਤੁਹਾਨੂੰ ਹੋ ਸਕਦਾ ਆਉਣ ਵਾਲੇ 2 ਸਾਲਾਂ ਬਾਅਦ ਜਾਂ 3 ਸਾਲਾਂ ਜਾਂ 5 ਸਾਲਾਂ ਦੇ ਬਾਅਦ ਸਿਚੁਏਸ਼ਨ ਐਸੀ 'ਚ ਲੈ ਕੇ ਆ ਜਾਵੇ ਕਿ ਤੁਹਾਡੇ ਕੋਲ ਉਹਦੇ ਜਿਹੜੇ ਆਫਟਰ ਇਫੈਕਟਸ ਨੇ ਉਹ ਸਾਂਭੇ ਨਾ ਜਾਣ। ਚਲੋ ਸਰ, ਮੈਂ ਤੁਹਾਨੂੰ ਇਹਦੇ 'ਚ ਹੋਰ ਐਡ ਕਰ ਦਿੰਦਾ ਵਾਂ। ਜਿਹੜੇ ਹੁਣ ਨਵੇਂ ਡਾਟਾਜ਼ ਆਏ ਨੇ ਉਹਦੇ ਵਿੱਚ ਵੈਨਕੂਵਰ ਤੋਂ ਇਹ ਲੱਗ ਰਿਹਾ ਕਿ ਮਾਰਕੀਟ ਜਿਹੜੀ ਆ ਕੂਲ ਡਾਊਨ ਹੋਣੀ ਸ਼ੁਰੂ ਹੋ ਗਈ ਹੈ। ਅੱਛਾ ਜੀ। ਜਿਹੜੇ 15 ਅਪ੍ਰੈਲ ਤੱਕ ਦੇ ਉਹਨਾਂ ਨੇ ਆਏ ਨੇ ਰੀਅਲ ਏਸਟੇਟ ਦੇ ਡਾਟਾ, ਉਹਦੇ ਵਿੱਚ ਉਹਨਾਂ ਨੇ ਟੋਟਲ 2400 ਪ੍ਰਾਪਰਟੀਆਂ ਦੀ ਟ੍ਰਾਂਜੈਕਸ਼ਨ ਹੋਈ ਹੈ। ਠੀਕ ਹੈ ਜੀ। ਜੇ ਤੁਸੀਂ ਯਾਦ ਹੋਏਗਾ ਕਿ ਮਾਰਚ ਜਿਹੜਾ ਸੀਗਾ ਇਸ ਸਾਲ ਦਾ, ਉਹਦੇ ਵਿੱਚ ਆਲਮੋਸਟ 5700 ਟ੍ਰਾਂਜੈਕਸ਼ਨਸ ਹੋਈਆਂ ਨੇ। ਠੀਕ ਹੈ ਜੀ। ਸੋ ਐਕਸਪਰਟਸ ਦਾ ਕਹਿਣਾ ਵੀ ਕਿਸੇ ਵੀ ਹਾਲਤ ਵਿੱਚ ਜਿਹੜੇ ਅਗਲੇ 15 ਦਿਨ ਨੇ ਅਪ੍ਰੈਲ ਦੇ, ਉਹਦੇ ਵਿੱਚ ਪੋਸੀਬਲ ਹੀ ਨਹੀਂ ਕਿ ਉਹ 5700 ਨੂੰ ਬੀਟ ਕਰ ਜਾਏਗਾ। ਸੋ ਦੈਟ ਇਜ਼ ਦਾ ਫਰਸਟ ਸਿਗਨਲ ਇਨ ਵੈਨਕੂਵਰ ਮਾਰਕੀਟ ਕਿ ਜਿਹੜੀ ਮਾਰਕੀਟ ਆ ਉਹ ਸਲੋ ਡਾਊਨ ਹੋਣ ਲੱਗ ਪਈ, ਮਤਲਬ ਨਜ਼ਰ ਆਣੀ ਸ਼ੁਰੂ ਹੋ ਗਈ। ਬਿਲਕੁਲ ਜੀ, ਉਹ ਪਹਿਲੇ ਉਹਦੇ ਨਜ਼ਰ ਆ ਰਹੇ ਨੇ ਸਾਈਨਸ। ਠੀਕ ਹੈ ਜੀ। ਚੀਮਾ ਸਾਹਿਬ, ਤੁਸੀਂ ਅੱਜ ਫੇਰ ਰੀਅਲ ਅਸਟੇਟ ਦੇ ਉੱਤੇ ਕਈ ਜਿਹੜੇ ਫੈਡਰਲ ਸਰਕਾਰ ਦੇ ਵੱਲੋਂ ਲਿੱਤੇ ਜਾ ਰਹੇ ਫੈਸਲੇ ਨੇ ਉਹਨਾਂ ਦਾ ਬਹੁਤ ਵਧੀਆ ਤਰੀਕੇ ਨਾਲ ਸਾਨੂੰ ਔਰ ਸਾਡੇ ਵਿਊਜ਼ ਨਾਲ ਤੁਸੀਂ ਆਪਣੇ ਇਨ ਡੈਪਥ ਇਨਫੋਰਮੇਸ਼ਨ ਜਿਹੜੀ ਹੈ ਸ਼ੇਅਰ ਕੀਤੀ ਹੈ, ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਔਰ ਮੈਂ ਉਮੀਦ ਕਰਦਾ ਹਾਂ ਕਿ ਇਸ ਤਰੀਕੇ ਦੀ ਜਿਹੜੀ ਇਨਫੋਰਮੇਸ਼ਨ ਹੈਗੀ ਹੈ ਸਾਡੇ ਨਾਲ ਤੁਸੀਂ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹੋਗੇ। ਬਿਲਕੁਲ ਢਿੱਲੋਂ ਸਾਹਿਬ। ਠੀਕ ਹੈ ਚੀਮਾ ਸਾਹਿਬ, ਥੈਂਕ ਯੂ ਵੈਰੀ ਮਚ। ਥੈਂਕ ਯੂ ਢਿੱਲੋਂ ਸਾਹਿਬ, ਬਹੁਤ ਸ਼ੁਕਰੀਆ। ਇਹ ਸੀਗੇ ਜੀ ਸਾਡੀ ਜਿਹੜੀ ਗੱਲਬਾਤ ਚੱਲ ਰਹੀ ਸੀਗੀ ਜਤਿੰਦਰ ਚੀਮਾ ਜੀ ਦੇ ਨਾਲ ਰੀਅਲ ਅਸਟੇਟ ਦੇ ਉੱਤੇ ਜਿਹੜੇ ਕੁਝ ਸਟੈਪ ਜਿਹੜੇ ਨੇ ਉਹ ਆਏ ਨੇ ਜਿਨ੍ਹਾਂ ਦੇ ਨਾਲ ਰਿਲੇਟਡ ਖਬਰਾਂ ਜਿਹੜੀਆਂ ਨੇ ਕਾਫੀ ਹੌਟ ਨੇ, ਜਿਹਦੇ 'ਚ ਜਿਹੜਾ ਮਨੀ ਲਾਂਡਰਿੰਗ ਦਾ ਪੈਸਾ, ਉਹਦਾ ਪ੍ਰਾਈਸ ਦਾ ਇੰਪੈਕਟ, ਜਿਹੜੇ ਫੈਡਰਲ ਬਜਟ ਦੇ ਵਿੱਚ ਜਿਹੜੇ ਸਟੈਪ ਲਿੱਤੇ ਗਏ ਨੇ ਉਹਨਾਂ ਦਾ ਇੰਪੈਕਟ, ਔਰ ਜੋ ਬੈਂਕ ਆਫ ਕੈਨੇਡਾ ਦੇ CEO ਨੇ ਜੋ ਬਿਆਨ ਦਿੱਤਾ ਆ ਉਹਦਾ ਆਉਣ ਵਾਲੇ ਟਾਈਮ ਦੇ ਵਿੱਚ ਰੀਅਲ ਅਸਟੇਟ ਮਾਰਕੀਟ ਤੇ ਕੀ ਇੰਪੈਕਟ ਪਏਗਾ, ਉਹਦੇ ਨਾਲ ਰਿਲੇਟਡ ਤੁਹਾਡੇ ਨਾਲ ਗੱਲਬਾਤ ਜਿਹੜੀ ਸੀ ਅਸੀਂ ਸਾਂਝ ਪਾਈ ਸੀ। ਅਸੀਂ ਫੇਰ ਮਿਲਾਂਗੇ ਜੀ ਜਲਦੀ ਇਸ ਤਰੀਕੇ ਦੀ ਇਨਫੋਰਮੇਸ਼ਨ ਰੀਅਲ ਅਸਟੇਟ ਤੇ ਲੈ ਕੇ। ਸਤਿ ਸ਼੍ਰੀ ਅਕਾਲ ਜੀ।